बिस्मिल्लाहिर्रहमानिर्रहीम अस्सलाम वालेकुम की हाल है तुहाडा सब ठीक ठाक हो। अज आप बनावांगे बड़े ही मज़ेदार ते बड़े ही टेस्टी जे एग फ्राइड राइस जिन्हां बनाने का तरीका बड़ा ही आसान है। तुसी मेरे इस तरीके नाल एग फ्राइड राइस नूं बनांदे हो तो तुसी यकीन करो तुसी झटपट इन्हां बना लोगे तो इन्हां दा स्वाद तुहानूं बड़ा ही पसंद आएगा। तो फिर आप जल्दी जी इस रेसिपी नूं शुरू कर लेने आ। तो इनू शुरू करने वास्ते सब तो पहले तो आप ले लवांगे कोई भी कढ़ाई ले लवांगे तो उहदे च आपां हुण पानी पा लेना। पानी पा के हुण आपां इहनूं कर लेना उबाल लेना चंगी तरह। जो पानी उबलण लग पवे तो फिर हुण आपां इहदे विच पावांगे 2 तेज़ पत्ता सुੱਟ देवांगे। इन्हां नूं पाउण तो बाद 1 चम्मच मैं इहदे विच पाता गरम मसाला जिहड़ा मिक्स हुंदा जिहदे विच दालचीनी भी हुंदी है, लौंग भी हुंदे ने, कालियां मिर्चां ते जीरा। ठीक है, थोड़ा जिहा पाता 1 चमचा घ्यो पा दिता। इहदे नाल अपने चावल जुड़नगे नहीं, खिड़े खिड़े बनणगे। ते 2 चमचे मैं इहदे विच पाउण लगी हां नींबू दा रस। ते इहदे नाल तुहाडे चावल जिहड़े ने ओह टुटणगे नहीं ते बड़ी ज़बरदस्त तरीके नाल ना उबल जाणगे। तकरीबन ना गिलास मैं चावलों का लिया सी। उन्होंने मैं तकरीबन ना चावल जिहड़े ने ना कायनात चावल ने तो इन्होंने मैं तकरीबन ना 10-15 मिनट भिजाया सी, बहुती देर नहीं सी मैं इन्होंने भिजाया। हुण आपां इन्हां नूं चंगी तरह उबाल लवांगे एवें दरमियानी जी अग ते। जदों तुसीं देखो कि दरमियानी जी अग ते तुहाडे चावल पक्कण लग पे ने ते तुसीं फिर अग थोड़ी जी मट्ठी कर दिया जे। फिर इन्हां नूं चंगी तरह उबाल लिया जे। ते जदों तुसीं देखो तुहाडे चावल चंगी तरह उबल गए ने ते तुसीं इन्हां दे नूं एक कणी रख के ना फिर उबालना। ठीक है, बहुता नहीं तुसीं इन्हां नूं पका लेना। देखो इत्थे चावल जिहड़े ने ना एवें 3 ਤੋਂ 4 मिनटां विच उबल गए ने क्योंकि इन्हां नूं आपां भिजाया भी है सी। ते हुण देखो माशाअल्लाह किड्डे सोहणे खिड़े खिड़े बने ने, कोई चावल टुटिया भी नहीं है। तो तुसीं एवें ना इन्हां नूं 90% तक गला लिया जे, यानी एक कणी तुसीं विच रहण दिया जे। ਉਹਦੇ ਨਾਲ ਇਹ ਹੋਏਗਾ ਕਿ ਜਦੋਂ ਆਪਾਂ ਬਾਅਦ 'ਚ ਪਕਾਵਾਂਗੇ ਨਾ ਚੰਗੀ ਤਰ੍ਹਾਂ ਪੱਕ ਜਾਣਗੇ। ਤੇ ਹੁਣ ਆਪਾਂ ਕਿਸੇ ਵੀ ਛਾਣਨੀ 'ਚ ਪਾ ਕੇ ਇਹਨਾਂ ਨੂੰ ਛਾਣ ਲਾਂਗੇ ਤੇ ਚਾਵਲ ਜਿਹੜੇ ਨੇ ਉਹਨਾਂ 'ਤੇ ਥੋੜ੍ਹਾ ਜਿਹਾ ਪਾਣੀ ਠੰਡਾ ਪਾ ਦਿਆ ਜੇ ਤਾਂ ਕਿ ਜਿਹੜੇ ਚਾਵਲ ਨੇ ਨਾ ਹੋਰ ਖਿੜ ਜਾਣ। ਹੁਣ ਆਪਾਂ ਇਹ ਲੈ ਲੈਣਾ ਇੱਕ ਪੈਨ ਤੇ ਪੈਨ ਦੇ ਵਿੱਚ ਮੈਂ ਪਾਉਣ ਲੱਗੀ ਹਾਂ ਅੱਧਾ ਕੱਪ ਤਕਰੀਬਨ ਮੈਂ ਇਹਦੇ ਵਿੱਚ ਚਿਕਨ ਪਾਤਾ। ਛੋਟੀਆਂ ਛੋਟੀਆਂ ਐਵੇਂ ਕਰਕੇ ਅਸੀਂ ਇਹਦੀਆਂ ਬੋਟੀਆਂ ਬਣਾ ਲਈਆਂ ਸੀ। ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਡਰਾਈ ਰੋਸਟ ਕਰ ਲੈਣਾ। ਦੇਖੋ ਇਹਨੂੰ ਰੋਸਟ ਕਰ ਲਵਾਂਗੇ। ਜਦੋਂ ਤੁਸੀਂ ਦੇਖੋ ਕਿ ਇਹਦਾ ਥੋੜਾ ਜਿਹਾ ਕਲਰ ਜਿਹੜਾ ਨਾ ਬਰਾਊਨ ਹੋ ਗਿਆ ਨਾ ਤੇ ਫਿਰ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਤਕਰੀਬਨ ਅੱਧਾ ਕੱਪ ਹੀ ਨਾ ਮੈਂ ਇਹਦੇ ਵਿੱਚ ਸ਼ਰੈਡ ਕੀਤਾ ਬੋਇਲ ਕੀਤਾ ਚਿਕਨ ਪਾਉਣ ਲੱਗੀ ਹਾਂ। ਤੇ ਮੈਂ ਜਦੋਂ ਤੂੰ ਬਣਾਉਣੀ ਹੁੰਦੀ ਹਾਂ ਨਾ ਐਵੇਂ ਰਾਈਸ ਤੇ ਮੈਂ ਐਵੇਂ 2 ਤਰੀਕਿਆਂ ਨਾਲ ਬਣਾਉਂਦੀ ਹਾਂ। ਜੇ ਤੁਸੀਂ ਚਾਹੋ ਤਾਂ ਮੈਂ ਤੇ ਜਿਵੇਂ ਅੱਧਾ ਕੱਪ ਲਿਆ ਸੀ ਨਾ ਚਿਕਨ ਤੁਸੀਂ 1 ਕੱਪ ਭਰ ਕੇ ਲੈ ਲਓ। ਤਾਂ ਮੈਂ ਦੋਨਾਂ ਤਰੀਕਿਆਂ ਨਾਲ ਨਾ ਹੀ ਪਾਓ, ਪਰ ਤੁਸੀਂ ਐਵੇਂ ਜੇ ਪਾਓਗੇ ਨਾ ਤਾਂ ਤੁਹਾਨੂੰ ਬੜਾ ਹੀ ਦਾ ਸਵਾਦ ਵਧੀਆ ਆਏਗਾ। ਤੇ ਬਸ ਹੁਣ ਇਹਨਾਂ ਨੂੰ ਪਾ ਕੇ ਆਪਾਂ ਥੋੜੀ ਦੇਰ ਵਾਸਤੇ ਭੁੰਨ ਲੈਣਾ। ਹੁਣ ਇਹਦੇ ਵਿੱਚ ਮੈਂ ਗਾਜਰਾਂ ਪਾਉਣ ਲੱਗੀ ਹਾਂ। ਗਾਜਰ ਮੈਂ ਲਈ ਸੀ ਤਕਰੀਬਨ 1.5 ਗਾਜਰ ਲਈ ਸੀ, ਵੱਡੀ ਹੋਏ ਤਾਂ 1 ਲੈ ਲਿਆ ਜੇ, ਛੋਟੀਆਂ ਹੋਣ ਤਾਂ 1.5 ਲੈ ਲਿਆ ਜੇ। ਐਵੇਂ ਪਤਲੀਆਂ ਪਤਲੀਆਂ ਮੈਂ ਕੱਟ ਲਈਆਂ ਸੀ। ਕੱਟ ਕੇ ਹੁਣ ਆਪਾਂ ਇਹਨਾਂ ਨੂੰ ਥੋੜੀ ਦੇਰ ਵਾਸਤੇ ਚੰਗੀ ਤਰ੍ਹਾਂ ਭੁੰਨ ਲਵਾਂਗੇ। ਬਹੁਤ ਜ਼ਿਆਦਾ ਦੇਰ ਨਹੀਂ। ਸਬਜ਼ੀਆਂ ਜਿਹੜੀਆਂ ਨਾ ਉਹ ਵਾਰੀ ਵਾਰੀ ਪਾ ਲਵਾਂਗੇ। ਜਿਹੜੀਆਂ ਥੋੜੀਆਂ ਸਖਤ ਹੋਣਗੀਆਂ ਉਹ ਪਹਿਲੇ ਪਾ ਲਾਂਗੇ, ਜਿਹੜੀਆਂ ਨਰਮ ਹੋਣਗੀਆਂ ਬਾਅਦ 'ਚ ਪਾ ਲਾਂਗੇ। ਤੇ ਬਸ ਜਿਵੇਂ ਹੀ ਗਾਜਰਾਂ ਥੋੜ੍ਹੀਆਂ ਜਿਹੀਆਂ ਆਪਣੀਆਂ ਸੌਫਟ ਹੋ ਜਾਣਗੀਆਂ ਨਾ ਤੇ ਫਿਰ ਆਪਾਂ ਇਹਦੇ ਵਿੱਚ ਪਾਣੇ ਨੇ ਮਟਰ। ਤੇ ਮਟਰ ਮੈਂ ਪਹਿਲੇ ਉਬਾਲ ਲਏ ਸੀ ਕਿਉਂਕਿ ਮਟਰ ਹੁਣ ਥੋੜ੍ਹੇ ਜਿਹੇ ਸਖਤ ਹੋਣ ਡੇ ਨੇ ਜਿਵੇਂ ਜਿਵੇਂ ਸੀਜ਼ਨ ਜਾਣ ਡਿਆ। ਤੇ ਮੈਂ ਕਿਹਾ ਇੰਨੀ ਦੇਰ ਲੱਗ ਜਾਣੀ ਤੇ ਇਹਨਾਂ ਨੂੰ ਮੈਂ ਪਹਿਲੇ ਉਬਾਲ ਕੇ ਵਿੱਚ ਪਾਤਾ ਤਾਂ ਕਿ ਮੈਂ ਕਿਹਾ ਜਲਦੀ ਜਲਦੀ ਬਣ ਜੇ। ਤੇ ਹੁਣ ਮਟਰ ਪਾ ਕੇ ਵੀ ਕੁਛ ਦੇਰ ਵਾਸਤੇ ਆਪਾਂ ਭੁੰਨ ਲਵਾਂਗੇ। ਜਦੋਂ ਤੁਸੀਂ ਦੇਖੋ ਮਟਰ ਪਾ ਕੇ ਵੀ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਨਾ ਤਾਂ ਫਿਰ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਗੋਭੀ। ਬੰਦ ਗੋਭੀ ਮੈਂ ਰੱਖੀ ਸੀ, ਇਹ ਵੀ ਬਿਲਕੁਲ ਬਰੀਕ ਕੱਟ ਕੇ ਤਕਰੀਬਨ 1 ਤੋਂ 1.5 ਕੱਪ ਸੀ। ਠੀਕ ਹੈ, ਐਵੇਂ ਬਿਲਕੁਲ ਬਰੀਕ ਬਰੀਕ ਕੱਟ ਕੇ ਰੱਖੀ ਸੀ। ਇਹਨੂੰ ਵੀ ਆਪਾਂ ਇਹਦੇ 'ਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਵੀ ਪਕਾ ਲੈਣਾ। ਤੇ ਜਦੋਂ ਤੁਸੀਂ ਦੇਖੋ ਗੋਭੀ ਵੀ ਤੁਹਾਡੀ ਸੌਫਟ ਹੋ ਗਈ, ਸਾਰੀਆਂ ਚੀਜ਼ਾਂ ਬੜੀਆਂ ਸੋਹਣੀਆਂ ਹੋ ਗਈਆਂ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਸ਼ਿਮਲਾ ਮਿਰਚ ਸੀ। ਠੀਕ ਹੈ ਮੇਰੇ ਕੋਲ, ਉਹਨੂੰ ਕੱਟ ਕੇ ਮੈਂ ਇਹਦੇ ਵਿੱਚ ਪਾ ਤਾ। ਹੁਣ ਸਭ ਚੀਜ਼ਾਂ ਪਾਤੀਆਂ, ਪਾ ਕੇ ਥੋੜ੍ਹਾ ਜਿਹਾ ਰਲਾ ਲਵਾਂਗੇ ਇਹਨਾਂ ਸਾਰੀਆਂ ਸ਼ਾਵਾਂ ਨੂੰ। ਤੇ ਜਦੋਂ ਸਾਰੀਆਂ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਰਲ ਜਾਣਗੀਆਂ ਨਾ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਗਲੀ ਚੀਜ਼ ਪਾਉਣੀ ਆ ਨਾ ਉਹ ਇਹ 1 ਚਮਚਾ ਨਮਕ ਦਾ ਤਕਰੀਬਨ। ਤੇ ਉਹਦੇ ਨਾਲ ਹੀ ਜੇ ਨਮਕ ਥੋੜਾ ਘੱਟ ਤੁਹਾਨੂੰ ਪਸੰਦ ਹੋਏ ਨਾ ਜਿੰਨੇ ਹਿਸਾਬ ਦੇ ਹੈ 1 ਚਮਚਾ ਕਾਫੀ ਹੋਏਗਾ। ਤੇ ਉਹਦੇ ਨਾਲ ਹੀ 1 ਚਮਚਾ ਜਿਹੜਾ ਨਾ ਮੈਂ ਪਾ ਦਿੱਤਾ ਸੀ, ਅੱਧਾ ਚਮਚਾ ਮੈਂ ਪਾਇਆ ਇਹਦੇ ਵਿੱਚ ਕਾਲੀ ਮਿਰਚਾਂ ਦਾ। ਲਾਲ ਮਿਰਚਾਂ ਨਹੀਂ ਪਾਈ ਦੀਆਂ ਇਹਦੇ 'ਚ। ਤੇ 1 ਚਮਚਾ ਮੈਂ ਚਾਈਨੀਜ਼ ਜਿਹੜਾ ਨਮਕ ਹੁੰਦਾ ਨਾ ਜੇ ਉਹ ਮਿਲੇ ਉਹ ਪਾ ਦਿਆ ਜੇ, ਨਹੀਂ ਤੇ ਚਿਕਨ ਪਾਊਡਰ ਮਿਲੇ ਨਾ ਉਹ ਵਾਲਾ ਪਾ ਦੇ, ਜਿਹੜਾ ਤੁਹਾਨੂੰ ਮਿਲ ਜੇ ਨਾ ਉਹ ਪਾ ਲਿਆ ਜੇ। ਤੇ ਇਹਦੇ ਨਾਲ ਨਾ ਸਾਰੇ ਚਾਵਲਾਂ ਦਾ ਨਾ ਬੜਾ ਸੋਹਣਾ ਟੇਸਟ ਬਣ ਜਾਏਗਾ। ਹੁਣ ਥੋੜੀ ਦੇਰ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਤੇ 2 ਮਿੰਟ ਵਾਸਤੇ ਨਾ ਮੈਂ ਹੁਣੇ ਦਿੱਤਾ ਨਾ ਢੱਕਣ ਦੇਵਾਂਗੀ। ਪਰ ਉਹ ਤੋਂ ਪਹਿਲੇ ਨਾ ਢੱਕਣ ਦੇਣ ਤੋਂ ਪਹਿਲੇ ਆਪਾਂ ਇਹਦੇ ਵਿੱਚ ਪਾਵਾਂਗੇ ਸੌਸ ਪਾ ਲਵਾਂਗੇ ਤੇ ਚਿੱਲੀ ਸੌਸ ਪਾ ਲਵਾਂਗੇ 2 ਤੋਂ 3 ਚਮਚੇ। ਉਸ ਤੋਂ ਬਾਅਦ ਸੋਇਆ ਸੌਸ ਵੀ 2 ਚਮਚੇ ਪਾ ਦੇਣਾ। 2 ਤੋਂ 3 ਚਮਚੇ ਮੈਂ ਸਿਰਕਾ ਪਾਉਣ ਲੱਗੀ ਹਾਂ। ਇਹਨਾਂ ਸਾਰਿਆਂ ਸੌਸ ਨੂੰ ਥੋੜ੍ਹਾ ਉੱਤੇ ਥੱਲੇ ਪਾ ਲਿਆ ਜੀ, ਕੋਈ ਮਸਲਾ ਨਹੀਂ, ਇਹਨਾਂ ਦਾ ਕੋਈ ਨਹੀਂ ਹੁੰਦਾ ਕੋਈ ਵੀ ਮਸਲਾ। ਤੇ ਹੁਣ ਪਾ ਕੇ ਨਾ ਸਾਰੀਆਂ ਛਾਵਾਂ ਨਾਲ ਆਪਾਂ ਰਲਾ ਲਵਾਂਗੇ। ਜਦੋਂ ਵੇਖੋ ਸਾਰੀਆਂ ਛਾਵਾਂ ਚੰਗੀ ਤਰ੍ਹਾਂ ਰਲ ਗਈਆਂ ਤੇ ਹੁਣ ਆਪਾਂ ਥੋੜ੍ਹੀ ਦੇਰ ਵਾਸਤੇ ਨਾ ਇਹਨੂੰ ਕੱਜ ਕੇ ਰੱਖ ਦੇਵਾਂਗੇ ਤਾਂ ਕਿ ਸਬਜ਼ੀਆਂ ਥੋੜ੍ਹੀਆਂ ਜਿਹੀਆਂ ਆਪਣੀਆਂ ਹੋਰ ਸੌਫਟ ਹੋ ਜਾਣ। ਤੇ ਹੁਣ ਇੱਥੇ ਲੈ ਲਿਆ ਮੈਂ ਪੈਨ 'ਚ ਥੋੜ੍ਹਾ ਜਿਹਾ ਘਿਓ ਪਾਤਾ। ਮੈਂ ਘਿਓ ਪਾ ਕੇ ਤੇ 2 ਆਂਡੇ ਮੈਂ ਚੰਗੀ ਤਰ੍ਹਾਂ ਫੈਂਟ ਕੇ ਰੱਖੇ ਸੀ, ਉਹਨਾਂ ਨੂੰ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਐਵੇਂ ਕਰਕੇ ਨਾ ਆਪਾਂ ਫਰਾਈ ਕਰ ਲੈਣਾ। ਕਿਉਂਕਿ ਐਗ ਫਰਾਈਡ ਰਾਈਸ ਬਣਾਉਣ ਲੱਗਿਆ ਤਾਂ ਫਿਰ ਆਂਡੇ ਤਾਂ ਪਾਣੀ ਆ ਉਹਦੇ ਵਿੱਚ। ਤੇ ਇੱਥੇ ਵੇਖ ਸਕਦੇ ਹੋ ਆਂਡੇ ਬਸ ਐਵੇਂ ਥੋੜ੍ਹੇ ਥੋੜ੍ਹੇ ਪੱਕ ਗਏ। ਪੱਕਣ ਤੋਂ ਬਾਅਦ ਇਹਨਾਂ ਦੇ ਤੁਸੀਂ ਛੋਟੇ ਛੋਟੇ ਜਿਹੇ ਪੀਸ ਕਰ ਲਿਆ ਜੇ, ਚਮਚ ਦੀ ਮਦਦ ਨਾਲ ਹੀ ਕਰ ਲਿਆ ਜੇ। ਕਰਕੇ ਤੇ ਫਿਰ ਇਹਨਾਂ ਨੂੰ ਵੀ ਆਪਾਂ ਇੱਕ ਸਾਈਡ 'ਤੇ ਰੱਖ ਦੇਣਾ ਵਾ।
ਤੇ ਇੱਥੇ ਜਿਹੜੇ ਹੁਣ ਰੱਖੇ ਸੀ ਨਾ ਆਪਾਂ ਇਹਨਾਂ ਨੂੰ ਕੱਜ ਕੇ ਰੱਖਿਆ ਸੀ ਸਾਰੀਆਂ ਸਬਜ਼ੀਆਂ ਵੇਖੋ ਹਲਕੀਆਂ ਹਲਕੀਆਂ ਆਪਣੀਆਂ ਸੌਫਟ ਹੋ ਗਈਆਂ ਬੜੀਆਂ ਸੋਹਣੀਆਂ ਪੱਕ ਗਈਆਂ ਤੇ ਬਸ ਹੁਣ ਇਹਨਾਂ ਨੂੰ ਆਪਾਂ ਇੰਨਾ ਹੀ ਪਕਾਉਣਾ। ਹੁਣ ਕੋਈ ਵੀ ਪਲੇਟ ਲੈ ਲਵਾਂਗੇ ਪਲੇਟ ਦੇ ਵਿੱਚ ਇਹਦੇ ਵਿੱਚ ਨਾ ਆਪਾਂ ਅੱਧੀਆਂ ਸਬਜ਼ੀਆਂ ਕੱਢ ਲੈਣੀਆਂ ਨੇ ਠੀਕ ਹੈ। ਤੇ ਹੁਣ ਆ ਵੇਖੋ ਮੈਂ ਤਕਰੀਬਨ ਇਹਦੇ ਵਿੱਚੋਂ ਅੱਧੀ ਸਬਜ਼ੀ ਜਿਹੜੀ ਆ ਨਾ ਉਹਨੂੰ ਆਪਾਂ ਕੱਢ ਲਾਂਗੇ ਕੱਢ ਕੇ ਨਾ ਉਹਨੂੰ ਆਪਾਂ ਥੋੜ੍ਹੀ ਦੇਰ ਨੂੰ ਜਦੋਂ ਆਪਾਂ ਇਹਨਾਂ ਦੀਆਂ ਲੇਅਰ ਲਾਵਾਂਗੇ ਨਾ ਤੇ ਤਹਿਵਾਂ ਲਾਵਾਂਗੇ ਨਾ ਫਿਰ ਕੰਮ ਆਉਣਗੀਆਂ। ਆ ਦੇਖੋ ਅੱਧੀਆਂ ਮੈਂ ਕੱਢ ਲਈਆਂ ਕੱਢ ਕੇ ਹੁਣ ਜਿਹੜੀਆਂ ਬਾਕੀ ਉਹਨਾਂ ਨੂੰ ਐਵੇਂ ਸਿੱਧਾ ਕਰ ਲਾਂਗੇ ਸਵਾਰਾ ਕਰ ਲਾਂਗੇ। ਉਸ ਤੋਂ ਬਾਅਦ ਇਹਦੇ ਉੱਤੇ ਜਿਹੜੇ ਆਪਾਂ ਚਾਵਲ ਉਬਾਲ ਕੇ ਰੱਖੇ ਸੀ ਨਾ ਇਹਦੇ ਉੱਤੇ ਆਪਾਂ ਸਾਰੇ ਚਾਵਲ ਨਹੀਂ ਪਾਵਾਂਗੇ ਤਕਰੀਬਨ ਅੱਧੇ ਪਾਵਾਂਗੇ ਠੀਕ ਹੈ। ਇੱਕ ਲੇਅਰ ਆਪਾਂ ਐਵੇਂ ਕਰਕੇ ਇਹਦੀ ਬਣਾ ਲਵਾਂਗੇ। ਆ ਦੇਖੋ ਸੋਹਣੀ ਬੜੀ ਜਿਵੇਂ ਬਣ ਗਈ ਤੇ ਜਿਹੜਾ ਆਪਾਂ ਜਿਹੜੀਆਂ ਸਬਜ਼ੀਆਂ ਬਾਹਰ ਕੱਢ ਕੇ ਰੱਖੀਆਂ ਸੀ ਨਾ ਇਹਨਾਂ ਸਾਰਿਆਂ ਨੂੰ ਇਹਦੇ ਉੱਤੇ ਪਾ ਦੇਵਾਂਗੇ। ਪਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਐਵੇਂ ਕਰਕੇ ਖਿਲਾਰ ਲੈਣਾ। ਜਦੋਂ ਤੁਸੀਂ ਚੰਗੀ ਤਰ੍ਹਾਂ ਖਿਲਾਰ ਲਓ ਤਾਂ ਹੁਣ ਜਿਹੜਾ ਥੋੜ੍ਹਾ ਜਿਹਾ ਪੁਦੀਨੇ ਦੇ ਪੱਤੇ ਹੋਣ ਤੇ ਭਾਵੇਂ ਧਨੀਆ ਹੋਏ ਪਾ ਲਿਆ ਜੇ। ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਜਿਹੜੇ ਬਾਕੀ ਚਾਵਲ ਪਏ ਸੀ ਨਾ ਉਹ ਸਾਰੇ ਪਾ ਦੇਵਾਂਗੇ। ਤੇ ਬਾਕੀ ਸਾਰੇ ਚਾਵਲ ਪਾਉਣ ਤੋਂ ਬਾਅਦ ਨਾ ਹੁਣ ਇਹਦੇ ਉੱਤੇ ਨਾ ਮੈਂ ਪਾਉਣ ਲੱਗੀ ਹਾਂ ਬਿਰਿਆਨੀ ਮਸਾਲਾ। ਉਵੇਂ ਲੋਕੀ ਪਾਉਂਦੇ ਤੇ ਨਹੀਂ ਮੈਂ ਪਾਉਂਦੀ ਹਾਂ ਬਹੁਤਾ ਹੀ ਫਿੱਕੇ ਫਿੱਕੇ ਲੱਗਦੇ ਨੇ ਐਵੇਂ ਚਾਵਲ। ਤੇ ਬਿਰਿਆਨੀ ਮਸਾਲਾ ਉੱਤੇ ਛਿੜਕੋਗੇ ਨਾ ਤੇ ਬੜਾ ਸੋਹਣਾ ਟੇਸਟ ਤੁਹਾਨੂੰ ਮਿਲੇਗਾ। ਤੇ ਜਿਹੜੇ ਹੁਣ ਆਂਡੇ ਰੱਖੇ ਸੀ ਆਪਾਂ ਚੰਗੀ ਤਰ੍ਹਾਂ ਪਕਾ ਕੇ ਉਹ ਵੀ ਪਾਤੇ ਥੋੜ੍ਹਾ ਉੱਤੇ ਧਨੀਆ ਪਾ ਦਿੱਤਾ ਪਾ ਕੇ ਤੇ ਇਹਨੂੰ ਆਪਾਂ ਦਮ ਦੇ ਦੇਵਾਂਗੇ 2 ਕੁ ਮਿੰਟ ਅੱਗ ਫੁੱਲ ਤੇਜ਼ ਕਰ ਦਿਆ ਜੇ। ਉਸ ਤੋਂ ਬਾਅਦ ਬਿਲਕੁਲ ਥੋੜ੍ਹੀ ਜਿਹੀ ਦਮ ਵਾਲੀ ਫਲੇਮ 'ਤੇ ਜਾਂ ਤਵੇ ਉੱਤੇ ਇਹਨੂੰ ਰੱਖ ਲਿਆ ਜੇ ਤਾਂ ਤਕਰੀਬਨ 5 ਤੋਂ 6 ਮਿੰਟ ਜਾਂ 10 ਕੁ ਮਿੰਟ ਵਾਸਤੇ ਨਾ ਤੁਸੀਂ ਇਹਨੂੰ ਦਮ ਦੇ ਲਿਆ ਜੇ। ਵੇਖ ਲਿਆ ਜੇ ਨਾ ਚਾਵਲ ਕਿੰਨੇ ਕੁ ਕੱਚੇ ਨੇ ਜਾਂ ਨਹੀਂ ਹੈ ਠੀਕ ਹੈ। ਤੇ ਆ ਤਕਰੀਬਨ 5 ਤੋਂ 7 ਮਿੰਟ ਬਾਅਦ ਮੈਂ ਤੇ ਦਮ ਖੋਲ੍ਹਤਾ ਤੇ ਵੇਖੋ ਮਾਸ਼ਾਅੱਲਾ ਕਿੱਡੇ ਸੋਹਣੇ ਜੇ ਸਾਡੇ ਚਾਵਲ ਬਣ ਕੇ ਤਿਆਰ ਹੋ ਗਏ ਨੇ। ਤੇ ਆ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਨਾਂ ਨੂੰ ਐਵੇਂ ਕਰਕੇ ਮਿਕਸ ਕਰਕੇ ਵੀ ਵਿਖਾ ਦਿੰਦੀ ਹਾਂ। ਆ ਵੇਖੋ ਨਾ ਤੇ ਚਾਵਲ ਟੁੱਟੇ ਨੇ ਕਿੱਡੇ ਸੋਹਣੇ ਖਿੜੇ ਖਿੜੇ ਜੇ ਚਾਵਲ ਬਣੇ ਨੇ ਤੇ ਬੜੇ ਹੀ ਮਜ਼ੇਦਾਰ ਜੇ ਬਣੇ ਨੇ। ਤੇ ਬਸ ਹੁਣ ਇਹਨਾਂ ਨੂੰ ਆਪਾਂ ਕੱਢ ਕੇ ਪਾ ਲਵਾਂਗੇ ਕਿਸੇ ਵੀ ਪਲੇਟ ਦੇ ਵਿੱਚ। ਤੇ ਆ ਵੇਖੋ ਮਾਸ਼ਾਅੱਲਾ ਕਿੱਡੇ ਸੋਹਣੇ ਸਵਾਦੀ ਤੇ ਮਜ਼ੇਦਾਰ ਜੇ ਸਾਡੇ ਐਗਸ ਫਰਾਈਡ ਰਾਈਸ ਜਿਹੜੇ ਨੇ ਬਣ ਕੇ ਤਿਆਰ ਹੋ ਗਏ ਨੇ ਜਿਹੜੇ ਕਿ ਬੜੇ ਹੀ ਮਜ਼ੇਦਾਰ ਬਣੇ ਨੇ। ਤੇ ਮੈਨੂੰ ਤੇ ਬੜੇ ਹੀ ਪਸੰਦ ਆਏ ਸੀ ਤੇ ਐਡੇ ਸੋਹਣੇ ਖਿੜੇ ਖਿੜੇ ਚਾਵਲ ਬਣਦੇ ਨੇ। ਜੇ ਤੁਸੀਂ ਮੇਰੀ ਇਸ ਰੈਸਿਪੀ ਨੂੰ ਫੋਲੋ ਕਰੋਗੇ ਤੇ ਤੁਹਾਡੀ ਵੀ ਰੈਸਿਪੀ ਬੜੀ ਹੀ ਸਵਾਦੀ ਬਣੇਗੀ। ਤੇ ਜੇ ਤੁਹਾਨੂੰ ਅੱਜ ਦੀ ਸਾਡੀ ਰੈਸਿਪੀ ਪਸੰਦ ਆਏ ਨਾ ਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ। ਤੇ ਬਾਕੀ ਦੁਆਵਾਂ ਯਾਦ ਰੱਖਿਆ ਜੇ। ਅੱਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ ਆਬਾਦ ਰੱਖੇ। ਅੱਲਾ।